ਹੈਲੋ एवरीवन, ਅਸੀਂ ਇੱਥੇ ਕਰ ਰਹੇ ਹਾਂ ਸਾਡਾ ਬੀਐਡ ਫਸਟ ਈਅਰ ਦਾ ਜੋ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ ਦੀ ਗੱਲ, ਜਿਹਦੇ ਵਿੱਚ ਸਾਡੀ 4th ਯੂਨਿਟ ਸਟਾਰਟ ਹੋ ਚੁੱਕੀ ਹੈ। ਤਾਂ ਜਿਹੜਾ ਪ੍ਰੀਵੀਅਸ ਲੈਕਚਰ ਆਪਾਂ ਕੀਤਾ ਸੀ ਉਹਦੇ ਵਿੱਚ ਆਪਾਂ ਟੌਪਿਕ ਸਟਾਰਟ ਕੀਤਾ ਸੀ ਕਰਿਕੂਲਮ ਦਾ, ਮਤਲਬ ਪਾਠਕ੍ਰਮ ਦਾ। ਤਾਂ ਜਿਹਦੇ ਵਿੱਚ ਅਸੀਂ ਪਾਠਕ੍ਰਮ ਦੀ ਜਿਹੜੀ ਮੀਨਿੰਗ ਹੈ, ਜਿਹੜਾ ਪਾਠਕ੍ਰਮ ਦਾ ਅਰਥ ਹੈ ਉਹ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਨੀਡ ਐਂਡ ਇੰਪੋਰਟੈਂਸ ਆਫ ਕਰਿਕੂਲਮ, ਕਿ ਜਿਹੜਾ ਕਰਿਕੂਲਮ ਹੈ, ਜਿਹੜਾ ਪਾਠਕ੍ਰਮ ਹੈ, ਉਹਦੀ ਕੀ ਜ਼ਰੂਰਤ ਹੈ, ਕੀ ਜਿਹੜਾ ਉਸਦਾ ਮਹੱਤਵ ਹੈ ਸਾਡੇ ਵਿੱਚ। ਤਾਂ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਹਾਂ, ਤਾਂ ਇੱਥੇ ਪੰਜਾਬੀ ਨੂੰ ਮੁੱਖ ਰੱਖਦੇ ਹੋਏ ਅਸੀਂ ਜੋ ਵੀ ਪਾਠਕ੍ਰਮ ਬਾਰੇ ਵਿਚਾਰ ਕਰ ਰਹੇ ਹਾਂ ਉਹ ਸਾਰੀਆਂ ਪੰਜਾਬੀ ਨੂੰ ਮੁੱਖ ਰੱਖ ਕੇ ਕਰ ਰਹੇ ਹਾਂ। ਤਾਂ ਹੁਣ ਅੱਜ ਦਾ ਜਿਹੜਾ ਆਪਾਂ ਟੌਪਿਕ ਇੱਥੇ ਸਟਾਰਟ ਕਰਨੇ ਆ, ਜਿਹੜਾ ਅੱਜ ਦੇ ਟੌਪਿਕ ਬਾਰੇ ਜਿਸ ਬਾਰੇ ਗੱਲ ਕਰਨੀ ਆ, ਉਹਦੀ ਆਪਾਂ ਗੱਲ ਕਰਾਂਗੇ ਪ੍ਰਿੰਸੀਪਲ ਦੀ, ਸਿਧਾਂਤਾਂ ਦੀ, ਪ੍ਰਿੰਸੀਪਲ ਆਫ ਕਰਿਕੂਲਮ ਕੰਸਟਰਕਸ਼ਨ ਆਫ ਪੰਜਾਬੀ ਲੈਂਗੁਏਜ, ਕਿ ਜਿਹੜਾ ਪੰਜਾਬੀ ਭਾਸ਼ਾ ਦਾ ਪਾਠ्यक्रम ਤਿਆਰ ਕਰਨਾ ਹੈ ਤਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਨੂੰ ਜਿਹੜਾ ਪੰਜਾਬੀ ਭਾਸ਼ਾ ਦਾ ਪਾਠਕ੍ਰਮ ਹੈ ਉਹਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਥੇ ਪੰਜਾਬੀ ਭਾਸ਼ਾ ਦੇ ਪਾਠਕ੍ਰਮ ਨਿਰਮਾਣ ਦੇ ਸਿਧਾਂਤ। ਪੰਜਾਬੀ ਭਾਸ਼ਾ ਦੇ ਪਾਠਕ੍ਰਮ ਦੇ निर्माण के सिद्धांत, कि जो भी आप पंजाबी भाषा लिए कोई पाठक्रम तैयार करना है वो किहड़े-किहड़े सिद्धांत ने वो होने चाहिए ने, किहड़े सिद्धांतों को मुख रखते हुए सानू पंजाबी भाषा लिए पाठक्रम का जिहड़ा निर्माण करना चाहिए। जिवें कि आप पिछले लैक्चर विच गल कर चुके हाँ कि पाठक्रम हुंदा की है। पाठक्रम निर्माण के सिद्धांतों की गल करन तो पहला थोड़ा जिहा आपां बैक जाने, थोड़ा जिहा आपां इहदी डेफिनेशन बारे गल करते हैं कि एक्चुअल जदों आपां निर्माण करना, आपां जदों सिद्धांतां किहड़े सिद्धांतां का ध्यान रखना ते उहदे विच क्यों लोड़ पैंदी है सानूं कुछ सिद्धांतां दी ध्यान रखण दी। तां आपां पिछे भी गल कीती सी कि पाठक्रम एक इहो जिहा मार्ग है, एक इहो जिहा रस्ता है जिस उपर चल के ਜਿਹੜਾ ਮਨੁੱਖ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਕਰਦਾ ਹੈ, ਜਾਂ ਆਪਾਂ ਕਹਿ ਲਈਏ ਅਧਿਆਪਕ ਤੇ ਵਿਦਿਆਰਥੀ ਆਪਣੇ ਵਿਸ਼ੇ ਵਿੱਚ ਸਿੱਖਿਆ ਦੇ ਪੂਰਨ ਨਿਰਧਾਰਿਤ ਉਦੇਸ਼ਾਂ ਦੀ ਪੂਰਤੀ ਕਰਦੇ ਹਨ। ਜਿਹੜੇ कुछ उद्देश विद्यार्थी के होंगे ने, कुछ उद्देश जोड़े अध्यापक के होंगे ने। अध्यापक के उद्देश होंगे ने कि उन्हें अध्यापन कार्य जोड़े शिक्षा के उद्देश ने वो किमें पूरे करते हैं। विद्यार्थी के उद्देश होंगे ने कि जो सीखना चाहता है वो की उद्देश है, उन्होंने उद्देशों की पूर्ति वो किमें कर सकता है। ये विद्यार्थियों दी मानसिक पद्धर दी लोड़ां अनुसार निश्चित किया जाना चाहिए है। जो भी जोड़ा पाठक्रम होंगे हर क्लास वाइज जो इन्होंने एक सिलेबस प्रोवाइड किया जाता है, एक जोड़ा करिकुलम प्रोवाइड किया जाता है, ਉਹਦੇ ਵਿੱਚ ਬੱਚਿਆਂ ਦੀ ਉਮਰ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਬੱਚਿਆਂ ਦਾ ਜਿਹੜਾ ਮਾਨਸਿਕ ਪੱਧਰ ਹੈ ਉਹਦਾ ਖਾਸ ਖਿਆਲ ਉੱਥੇ ਰੱਖੇ ਜਾਣ ਦੀ ਜ਼ਰੂਰਤ ਹੁੰਦੀ ਹੈ। ਮਾਤ ਭਾਸ਼ਾ ਪੰਜਾਬੀ ਦੀ ਜੇਕਰ ਆਪਾਂ ਗੱਲ ਕਰੀਏ, ਜਦੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਪਾਠਕ੍ਰਮ ਤਿਆਰ ਕਰਕੇ ਦੇਣਾ ਹੈ, ਉਹਦੇ ਵਿੱਚ ਵੱਖ-ਵੱਖ ਪੱਧਰਾਂ ਉੱਤੇ ਉਸਦਾ ਪਾਠਕ੍ਰਮ ਤਿਆਰ ਕਰਦੇ ਸਮੇਂ ਬਹੁਤ ਸਾਰੇ ਜਿਹੜੇ ਸਿਧਾਂਤਾਂ ਦੀ ਨਿਗਰਾਨੀ ਵਿੱਚ ਪਾਠਕ੍ਰਮ ਤਿਆਰ ਕਰਨ ਦੀ ਜ਼ਰੂਰਤ ਹੁੰਦੀ ਹੈ। ਕਿਹੜੇ-ਕਿਹੜੇ ਇਹੋ ਜਿਹੇ ਸਿਧਾਂਤ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਪੰਜਾਬੀ ਭਾਸ਼ਾ ਲਈ ਪਾਠਕ੍ਰਮ ਦਾ ਨਿਰਮਾਣ ਉਹ ਕਰ ਸਕਦੇ ਹਾਂ। ਤਾਂ ਆਪਾਂ ਆਪਣੇ ਫਸਟ ਪੁਆਇੰਟ ਵੱਲ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਅਧਿਆਪਨ ਦੇ ਉਦੇਸ਼ਾਂ ਉੱਤੇ ਨਿਰਧਾਰਿਤ ਜਿਹੜਾ ਆਧਾਰਿਤ ਜਿਹੜਾ ਪਾਠਕ੍ਰਮ ਹੈ ਉਹ ਪੰਜਾਬੀ ਅਧਿਆਪਨ ਦੇ ਉਦੇਸ਼ ਪੂਰੇ ਕਰਦਾ ਹੋਣਾ ਚਾਹੀਦਾ ਹੈ। ਪੰਜਾਬੀ ਅਧਿਆਪਨ ਦੇ ਉਦੇਸ਼ਾਂ ਉੱਪਰ ਆਧਾਰਿਤ ਸਾਡਾ ਫਸਟ ਪੁਆਇੰਟ ਹੈ ਪੰਜਾਬੀ ਭਾਸ਼ਾ ਦੇ अध्यापन उद्देश्यों उपर आधारित जिहड़ा भी पाठक्रम होना चाहिए, असीं बच्चों नूं जो भी पंजाबी का एक पाठक्रम प्रोवाइड करवाना है वो पंजाबी अध्यापन के उद्देशों नूं पूरा करता होना चाहिए है। पंजाबी पढ़ाते समय जो भी उद्देश होंगे ने, पंजाबी भाषा की गल करते समय अध्यापन में जो उद्देश होंगे हैं उन्होंने पूर्ति जी करता होना चाहिए है पाठक्रम, तां साडा जो पंजाबी पढ़ाने का मकसद है वो पूरा हो सके।
ਵੱਖ-ਵੱਖ ਸਿੱਖਿਆ ਪੱਧਰਾਂ ਉੱਤੇ ਭਾਸ਼ਾ ਸਿੱਖਿਆ ਦੇ ਵੱਖ-ਵੱਖ ਜਿਹੜੇ ਉਦੇਸ਼ ਨੇ ਉਹ ਨਿਰਧਾਰਿਤ ਕੀਤੇ ਹੋਏ ਹੁੰਦੇ ਸਨ। ਵੱਖ-ਵੱਖ ਤਰੀਕਿਆਂ ਦੇ ਜੋ ਉਦੇਸ਼ ਹੁੰਦੇ ਹਨ ਨਿਰਧਾਰਿਤ ਕੀਤੇ ਜਾਂਦੇ ਹਨ। ਪਾਠਕ੍ਰਮ ਇਹਨਾਂ ਉਦੇਸ਼ਾਂ ਦਾ ਪ੍ਰਤੀਬਿੰਬ ਹੋਣਾ ਚਾਹੀਦਾ ਹੈ। ਮਤਲਬ ਇਹਨਾਂ ਉਦੇਸ਼ਾਂ ਦੀ ਜਾਣਕਾਰੀ ਹੈ ਜੋ ਜਾਂ ਇਹਨਾਂ ਉਦੇਸ਼ਾਂ ਦੀ ਪੂਰਤੀ ਦਾ ਜੋ ਰਸਤਾ ਹੈ ਉਹ ਪਾਠਕ੍ਰਮ ਦੇ ਰਾਹੀਂ ਸਾਨੂੰ ਮਿਲਿਆ ਹੋਣਾ ਚਾਹੀਦਾ ਹੈ। ਇਹਦੀ ਹਰੇਕ ਇਕਾਈ ਕਿਸੇ ਨਾ ਕਿਸੇ ਉਦੇਸ਼ ਵੱਲ ਜਿਹੜਾ ਇਸ਼ਾਰਾ ਹੈ ਉਹ ਇਸ਼ਾਰਾ ਕਰਨ ਵਾਲੀ ਹੋਣੀ ਚਾਹੀਦੀ ਹੈ। ਪਾਠਕ੍ਰਮ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਦਾ ਇੱਕ ਮਹੱਤਵਪੂਰਨ ਜਿਹੜਾ ਸਾਧਨ ਹਨ, ਕਿਉਂਕਿ ਜਿਹੜਾ ਸਾਡਾ ਪਾਠਕ੍ਰਮ ਆ ਜਾਂ ਸਾਡਾ ਸਿਲੇਬਸ ਹੈ ਪੰਜਾਬੀ ਦਾ ਤਾਂ ਉਹ ਇਕਾਈਆਂ ਵਿੱਚ ਵੰਡਿਆ ਹੁੰਦਾ ਹੈ। ਹਰ ਇਕਾਈ ਦਾ ਜਿਹੜਾ ਆਪਣਾ ਆਪਣਾ ਉਦੇਸ਼ ਹੁੰਦਾ ਹੈ। ਉਹ ਕਈ ਇਕਾਈਆਂ ਵਿੱਚ ਜਿਹੜੀ ਵਿਆਕਰਣ ਦੀ ਗੱਲ ਕੀਤੀ ਜਾਂਦੀ ਹੈ, ਕਈ ਇਕਾਈਆਂ ਵਿੱਚ ਭਾਸ਼ਾ ਸਿੱਖਿਆ ਦੀ ਗੱਲ ਕੀਤੀ ਜਾਂਦੀ ਹੈ, ਕਈਆਂ ਨੂੰ ਲੈ ਕੇ ਜਿਹੜੀ ਕੌਸ਼ਲ ਦੀ ਗੱਲ ਕੀਤੀ ਜਾਂਦੀ ਹੈ। ਤਾਂ ਹਰ ਇੱਕ ਇਕਾਈ ਹੈਗੀ ਹੈ ਜਿਹੜੀ ਉਹ ਕਿਸੇ ਨਾ ਕਿਸੇ ਉਦੇਸ਼ ਦੀ ਪੂਰਤੀ ਕਰਦੀ ਹੁੰਦੀ ਹੈ। ਤਾਂ ਪਾਠਕ੍ਰਮ ਸਾਨੂੰ ਇਹੋ ਜਿਹਾ ਬਣਾਉਣਾ ਚਾਹੀਦਾ ਹੈ ਜਿਹੜਾ ਪੰਜਾਬੀ ਅਧਿਆਪਨ ਦਾ ਜੋ ਵੀ ਉਦੇਸ਼ ਹੈ ਉਹਨੂੰ ਪੂਰਾ ਕਰ ਸਕੇ, ਜਾਂ ਫਿਰ ਜੋ ਇਕਾਈਆਂ ਵਿੱਚ ਜਿਹੜੇ ਵੀ ਉਦੇਸ਼ ਦੀ ਗੱਲ ਕੀਤੀ ਗਈ ਹੈ ਉਹਨਾਂ ਉਦੇਸ਼ਾਂ ਦੀ ਇੱਕ ਚੰਗੇ ਤਰੀਕੇ ਨਾਲ ਜਿਹੜੀ ਪੂਰਤੀ ਕਰ ਸਕੇ, ਜਾਂ ਫਿਰ ਚੰਗੇ ਤਰੀਕੇ ਨਾਲ ਉਹਨਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਪਾਠਕ੍ਰਮ। ਅੱਗੇ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀਆਂ ਮਨੋਵਿਗਿਆਨਿਕ ਲੋੜਾਂ ਦੇ ਅਨੁਸਾਰ। ਸੈਕਿੰਡ ਪੁਆਇੰਟ ਵੱਲ ਜਾਂਦੇ ਹਾਂ। ਬੱਚਿਆਂ ਦੀਆਂ ਮਨੋਵਿਗਿਆਨਿਕ ਲੋੜਾਂ ਅਨੁਸਾਰ ਕਿ ਜਿਹੜਾ ਪਾਠਕ੍ਰਮ ਹੈ ਉਹ ਬੱਚਿਆਂ ਦੀਆਂ ਮਨੋਵਿਗਿਆਨਿਕ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ। ਚੰਗੇ ਤਰੀਕੇ ਨਾਲ ਪਤਾ ਹੈ ਸਾਨੂੰ ਕਿ ਜੋ ਕਰਿਕੂਲਮ ਬੱਚਿਆਂ ਦੀ ਮਨੋਵਿਗਿਆਨਕ ਜਿਹੜੀਆਂ ਜ਼ਰੂਰਤਾਂ ਅਨੁਸਾਰ ਬਣਾਇਆ ਜਾਂਦਾ ਹੈ ਉਹ ਸਭ ਤੋਂ ਵਧੀਆ ਜਿਹੜਾ ਕਰਿਕੂਲਮ ਹੈ ਜਾਂ ਪਾਠਕ੍ਰਮ ਮੰਨਿਆ ਜਾਂਦਾ ਹੈ, ਕਿਉਂਕਿ ਉਹ ਸਿੱਖਿਆ ਦੇ ਹਰ ਇੱਕ ਉਦੇਸ਼ ਦੀ ਪੂਰਤੀ ਕਰਦਾ ਹੁੰਦਾ ਹੈ। ਪਾਠਕ੍ਰਮ ਬੱਚਿਆਂ ਲਈ ਤਿਆਰ ਕੀਤਾ ਜਾਂਦਾ ਹੈ, ਇਸ ਲਈ ਸਾਨੂੰ ਉਹਨਾਂ ਦੀਆਂ ਜਿਹੜੀਆਂ ਮਨੋਵਿਗਿਆਨਿਕ ਲੋੜਾਂ ਹੁੰਦੀਆਂ ਹਨ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਜਿਹੜਾ ਕਰਿਕੂਲਮ ਹੈ, ਜਿਹੜਾ ਪਾਠਕ੍ਰਮ ਹੈ ਉਹ ਤਿਆਰ ਕੀਤਾ ਜਾਣਾ ਚਾਹੀਦਾ ਹੈ। ਤੇ ਬੱਚਿਆਂ ਦੀਆਂ ਮਾਨਸਿਕ, ਬੌਧਿਕ ਤੇ ਹੋਰ ਯੋਗਤਾਵਾਂ ਨੂੰ ਵੀ ਜਿਹੜਾ ਪਾਠਕ੍ਰਮ ਦਾ ਆਧਾਰ ਹੈ ਉਹ ਬਣਾਇਆ ਜਾ ਸਕਦਾ ਹੈ ਤੇ ਹੀ ਪਾਠਕ੍ਰਮ ਬਾਲ ਕੇਂਦਰਿਤ ਹੋ ਸਕਦਾ ਹੈ। ਆਪਾਂ ਹਰ ਵਾਰ ਗੱਲ ਕਰਦੇ ਹਾਂ ਕਿ ਜਿਹੜਾ ਪਾਠਕ੍ਰਮ ਆ ਉਹ ਬਾਲ ਕੇਂਦਰਿਤ ਹੋਣਾ ਚਾਹੀਦਾ, ਕਿਉਂਕਿ ਜੋ ਸਿੱਖ ਰਹੇ ਨੇ ਉਹ ਬਾਲਕ ਹਨ। ਅਧਿਆਪਕ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਸਿਖਾਉਣਾ, ਪਰ ਸਿੱਖਣਾ ਕਿਹਨੇ ਹੁੰਦਾ? ਬੱਚਿਆਂ ਨੇ। ਜਦੋਂ ਤੱਕ ਕਿ ਬੱਚੇ ਨਹੀਂ ਸਿੱਖ ਜਾਂਦੇ ਚੰਗੀ ਤਰ੍ਹਾਂ ਉਦੋਂ ਤੱਕ ਕਿਸੇ ਵੀ ਜਿਹੜਾ ਅਧਿਆਪਕ ਦਾ ਅਧਿਆਪਨ ਕਾਰਜ ਉਹ ਸਫਲ ਨਹੀਂ ਹੁੰਦਾ। ਇਸ ਕਰਕੇ ਜਦੋਂ ਅਸੀਂ ਅਧਿਆਪਨ ਕਾਰਜ ਨੂੰ ਸਫਲ ਕਰਨਾ ਹੈ ਤਾਂ ਸਾਨੂੰ ਬੱਚਿਆਂ ਦੀਆਂ ਮਨੋਵਿਗਿਆਨਿਕ ਜਿਹੜੀਆਂ ਜ਼ਰੂਰਤਾਂ ਨੇ, ਜੋ ਮਨੋਵਿਗਿਆਨਿਕ ਲੋੜਾਂ ਹੈ ਉਹਨਾਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਹੈ। ਤੇ ਉਹੀ ਗੱਲ ਆਉਂਦੀ ਹੈ ਪਾਠਕ੍ਰਮ ਨਾਲ, ਕਰਿਕੂਲਮ ਨਾਲ, ਕਿ ਸਾਨੂੰ ਪਾਠਕ੍ਰਮ ਹੀ ਇਹੋ ਜਿਹਾ ਬਣਾ ਕੇ ਦੇਣਾ ਚਾਹੀਦਾ ਹੈ ਜਿਹੜਾ ਬੱਚਿਆਂ ਦੀਆਂ ਮਨੋਵਿਗਿਆਨਿਕ ਲੋੜਾਂ ਨੂੰ ਪੂਰਾ ਕਰੇ। ਉਹਨਾਂ ਦਾ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਪਾਠਕ੍ਰਮ ਦਾ ਨਿਰਮਾਣ ਹੈ ਉਹ ਕੀਤੇ ਜਾਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਵਿਦਿਆਰਥੀਆਂ ਦੀਆਂ ਭਾਸ਼ਾਇਕ ਲੋੜਾਂ ਦੇ ਅਨੁਰੂਪ। ਵਿਦਿਆਰਥੀਆਂ ਦੀਆਂ ਭਾਸ਼ਾਇਕ ਲੋੜਾਂ ਅਨੁਸਾਰ ਵਿਦਿਆਰਥੀਆਂ ਦੀਆਂ ਭਾਸ਼ਿਕ ਜਿਹੜੀਆਂ ਵੀ ਭਾਸ਼ਾ ਨੂੰ ਲੈ ਕੇ ਜ਼ਰੂਰਤਾਂ ਹੁੰਦੀਆਂ ਹਨ, ਭਾਸ਼ਾ ਸਿੱਖਣ ਨੂੰ ਲੈ ਕੇ ਉਹਨਾਂ ਦੀਆਂ ਜੋ ਵੀ ਜ਼ਰੂਰਤਾਂ ਹਨ ਉਹਨਾਂ ਦੀ ਜਿਹੜੀ ਪੂਰਤੀ ਹੈ ਉਹ ਕਰਦੀ ਹੋਣੀ ਚਾਹੀਦੀ ਹੈ। ਪੰਜਾਬੀ ਭਾਸ਼ਾ ਦੁਆਰਾ ਵਿਦਿਆਰਥੀ ਆਪਣੇ ਵਿਚਾਰ ਦੂਸਰਿਆਂ ਦੇ ਅੱਗੇ ਪ੍ਰਗਟ ਕਰਦੇ ਨੇ ਤੇ ਦੂਸਰਿਆਂ ਦੇ ਜਿਹੜੇ ਵਿਚਾਰ ਨੇ ਉਹ ਸਮਝਦੇ ਨੇ। ਵੈਸੇ ਤਾਂ ਜਿਹੜਾ ਭਾਸ਼ਾ ਦਾ ਕੰਮ ਹੀ ਇਹ ਹੁੰਦਾ ਗਾ, ਭਾਸ਼ਾ ਚਾਹੇ ਕੋਈ ਵੀ ਹੋਵੇ, ਚਾਹੇ ਪੰਜਾਬੀ ਹੋਵੇ, ਚਾਹੇ ਅੰਗਰੇਜ਼ੀ ਹੋਵੇ, ਚਾਹੇ ਹਿੰਦੀ ਦੀ ਗੱਲ ਹੋਵੇ, ਇੱਕ ਵਧੀਆ ਸਾਧਨ ਨੇ ਵਿਚਾਰ ਵਟਾਂਦਰਾ ਕਰਨ ਦਾ। ਪਰ ਇੱਥੇ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਭਾਸ਼ਾ ਦੀ, ਆਪਾਂ ਇੱਕ ਸਪੈਸ਼ਲ ਸਬਜੈਕਟ ਤੇ ਗੱਲ ਕਰ ਰਹੇ ਹਾਂ ਕਿ ਜਿਹੜੇ ਵਿਦਿਆਰਥੀਆਂ ਦੀ ਮਾਤ ਭਾਸ਼ਾ ਪੰਜਾਬੀ ਹੈ ਜਾਂ ਫਿਰ ਜੋ ਪੰਜਾਬੀ ਭਾਸ਼ਾ ਸਿੱਖ ਰਹੇ ਨੇ ਤਾਂ ਪੰਜਾਬੀ ਭਾਸ਼ਾ ਉਹਨਾਂ ਨੂੰ ਬਹੁਤ ਸਹਾਇਤਾ ਕਰਦੀ ਹੈ ਆਪਣੇ ਵਿਚਾਰ ਦੂਸਰਿਆਂ ਨੂੰ ਦੱਸਣ ਵਿੱਚ ਤੇ ਦੂਸਰਿਆਂ ਦੇ ਵਿਚਾਰ ਹੈ ਜਿਹੜੇ ਉਹ ਗ੍ਰਹਿਣ ਕਰਨ ਵਿੱਚ ਜਾਂ ਦੂਸਰਿਆਂ ਦੇ ਵਿਚਾਰ ਸਮਝਣ ਲਈ। ਇਸ ਕਰਕੇ ਜਿਹੜੇ ਵੱਖ-ਵੱਖ
ਸਿੱਖਿਆ ਪੱਧਰਾਂ ਉੱਤੇ ਵਿਦਿਆਰਥੀਆਂ ਦੀਆਂ ਵਿਚਾਰ ਦਿਸ਼ਾ, ਉਹਨਾਂ ਦਾ ਪ੍ਰਗਟਾਅ ਪੱਧਰ ਅਤੇ ਉਹਨਾਂ ਦੀ ਜਿਹੜੀ ਵਿਚਾਰਤਾ ਜਾਂ ਵਿਚਾਰ ਸਮਰੱਥਾ ਹੈ, ਉਹਨਾਂ ਵਿੱਚ ਜਿਹੜੀ ਭਿੰਨਤਾ ਹੈ ਉਹ ਪਾਈ ਜਾਂਦੀ ਹੈ। ਕਿਉਂਕਿ ਦੇਖੋ ਛੋਟੇ ਬੱਚੇ ਦੇ ਜਿਹੜੇ ਵਿਚਾਰ ਹੈ, ਉਹਨਾਂ ਨੂੰ ਸੋਚਣ ਦਾ ਤਰੀਕਾ, ਉਹਨੂੰ ਵਿਚਾਰ ਪੇਸ਼ ਕਰਨ ਦਾ ਤਰੀਕਾ, ਉਹਨਾਂ ਨੂੰ ਐਨਾਲਾਈਜ਼ ਕਰਨ ਦਾ ਤਰੀਕਾ ਅਲੱਗ ਹੁੰਦਾ ਹੈ। ਤਾਂ ਜਿਵੇਂ ਜਿਵੇਂ ਬੱਚੇ ਦੀ ਉਮਰ ਵੱਧਦੀ ਜਾਂਦੀ ਹੈ, ਉਹਦਾ ਮਾਨਸਿਕ ਪੱਧਰ ਹੈ ਜਿਹੜਾ ਉਹ ਵਿਕਸਿਤ ਹੁੰਦਾ ਜਾਂਦਾ, ਉਵੇਂ ਉਵੇਂ ਹੀ ਜਿਹੜੀ ਉਹਨਾਂ ਦੇ ਵਿਚਾਰ ਪ੍ਰਗਟਾਅ ਕਰਨ ਦਾ ਜਿਹੜਾ ਤਰੀਕਾ ਹੋ ਜਾਂਦਾ ਹੈ, ਜਾਂ ਫਿਰ ਜਿਹੜਾ ਵਿਚਾਰਾਂ ਦਾ ਵਿਸ਼ਲੇਸ਼ਣ ਕਰਨ ਦਾ ਤਰੀਕਾ ਹੋ ਜਾਂਦਾ ਹੈ, ਜਾਂ ਫਿਰ ਉਹਨਾਂ ਦੀ ਜਿਹੜੀ ਵਿਚਾਰ ਸਮਰੱਥਾ ਹੁੰਦੀ ਹੈ ਉਹ ਵੱਖ-ਵੱਖ ਹੋ ਜਾਂਦੀ ਹੈ। ਇੱਕ ਟਾਈਮ ਦੇ ਅਕੋਰਡਿੰਗ ਜਿਹੜੀ ਬੱਚੇ ਦੀ ਸੋਚਣ ਸਮਝਣ ਦੀ ਸ਼ਕਤੀ ਹੁੰਦੀ ਉਹ ਬਦਲ ਜਾਂਦੀ ਹੈ, ਜਾਂ ਸੋਚਣ ਸਮਝਣ ਦਾ ਜਿਹੜਾ ਤਰੀਕਾ ਉਹ ਵੱਖ ਹੋ ਜਾਂਦਾ ਹੈ। ਇਸੇ ਹੀ ਤਰੀਕਾ ਹਰ ਇੱਕ ਬੱਚੇ ਦੀ ਜਿਹੜੀ ਵਿਅਕਤੀਗਤ ਭਿੰਨਤਾ ਹੁੰਦੀ ਹੈ, ਹਰ ਇੱਕ ਪਰਸਨ ਦੀ ਇੱਕ ਵਿਅਕਤੀਗਤ ਭਿੰਨਤਾ ਹੁੰਦੀ ਹੈ, ਉਹਦੇ ਅਕੋਰਡਿੰਗ ਹੀ ਜਿਹੜਾ ਉਹਨਾਂ ਦਾ ਆਪੋ ਆਪਣੇ ਸੋਚਣ ਸਮਝਣ ਦੀ ਤਰੀਕਾ ਹੁੰਦਾ ਹੈ। ਇਹ ਮਾਤ ਭਾਸ਼ਾ ਦੇ ਦੂਸਰੀ ਭਾਸ਼ਾ ਦੇ ਰੂਪ ਵਿੱਚ ਪੰਜਾਬੀ ਦੇ ਵੱਖ-ਵੱਖ ਪੱਧਰ ਹਨ। ਇਸ ਲਈ ਪਾਠਕ੍ਰਮ ਤਿਆਰ ਕਰਦੇ ਸਮੇਂ ਵਿਦਿਆਰਥੀਆਂ ਦੀਆਂ ਜਿਹੜੀਆਂ ਭਾਸ਼ਾਈ ਲੋੜਾਂ ਹੁੰਦੀਆਂ ਨੇ, ਉਹਨਾਂ ਵੱਲ ਖਾਸ ਧਿਆਨ ਜਿਹੜਾ ਦਿੱਤੇ ਜਾਣ ਦੀ ਜ਼ਰੂਰਤ ਹੈ, ਤਾਂ ਜੋ ਵਿਦਿਆਰਥੀ ਇੱਕ ਭਾਸ਼ਾ ਨੂੰ ਚੰਗੀ ਤਰੀਕੇ ਨਾਲ ਸਿੱਖ ਸਕਣ, ਭਾਸ਼ਾ ਦੇ ਹਰ ਇੱਕ ਅੰਗ ਉੱਪਰ ਉਹ ਆਪਣਾ ਅਧਿਕਾਰ ਕਰ ਸਕਣ, ਤੇ ਭਾਸ਼ਾਇਕ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਖਾਸ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਪਾਠਕ੍ਰਮ ਦਾ ਜਿਹੜਾ ਨਿਰਮਾਣ ਆ ਉਹ ਕੀਤਾ ਜਾਂਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਭਾਸ਼ਾ ਸਿੱਖਿਆ ਦੇ ਸਾਰੇ ਪਹਿਲੂਆਂ ਵਿੱਚ ਸੰਤੁਲਨ। ਭਾਸ਼ਾ ਸਿੱਖਿਆ ਦੇ ਸਾਰੇ ਪਹਿਲੂਆਂ ਵਿੱਚ ਸੰਤੁਲਨ। ਇਹ ਪੁਆਇੰਟ ਆਪਾਂ ਨੀਡ ਐਂਡ ਇੰਪੋਰਟੈਂਸ ਵੀ ਕੀਤਾ ਸੀਗਾ ਕਿ ਜਿਹੜਾ ਪਾਠਕ੍ਰਮ ਹੈ ਉਹ ਭਾਸ਼ਾ ਸਿੱਖਿਆ ਦੀਆਂ ਜਿੰਨੇ ਵੀ ਪਹਿਲੂ ਹਨ, ਉਹਨਾਂ ਪਹਿਲੂਆਂ ਵਿੱਚ ਜਿਹੜਾ ਸੰਤੁਲਨ ਉਹ ਬਣਾਏ ਰੱਖਣ ਵਿੱਚ ਸਹਾਇਤਾ ਕਰਦਾ ਹੈ। ਭਾਸ਼ਾ ਸਿੱਖਿਆ ਦੇ ਜਿਹੜੇ ਅਲੱਗ-ਅਲੱਗ ਪਹਿਲੂ ਹਨ, ਜਾਂ ਫਿਰ ਅਲੱਗ-ਅਲੱਗ ਆਪਾਂ ਅੰਗ ਕਹਿ ਦਈਏ ਭਾਸ਼ਾ ਦੇ, ਜਿਹਦੇ ਵਿੱਚ ਵਾਚਨ ਆ ਜਾਂਦਾ ਗਾ, ਜਿਹਦੇ ਵਿੱਚ ਜਿਹੜੇ ਵੱਖ-ਵੱਖ ਤੱਤ ਹੁੰਦੇ ਨੇ, ਵਿਆਕਰਣ ਆ ਜਾਂਦੀ ਹੈ, ਤਾਂ ਪਾਠ ਜੋ ਵੀ ਚੀਜ਼ ਹੈ ਉਹਦੇ ਵਿੱਚ ਜਿਹੜਾ ਇੱਕ ਸੰਤੁਲਨ ਬਣਾਏ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਪੰਜਾਬੀ ਸਿੱਖਿਆ ਵਿੱਚ ਸੁਣਨ, ਬੋਲਣ, ਪੜ੍ਹਨ ਤੇ ਲਿਖਣ ਦਾ ਜਿਹੜਾ ਮਹੱਤਵਪੂਰਨ ਸਥਾਨ ਹੈ। ਹਰ ਇੱਕ ਭਾਸ਼ਾ ਦੀਆਂ ਜਿਹੜੀਆਂ 4 ਬੇਸਿਕ ਸਕਿੱਲਸ ਨੇ, ਬੇਸਿਕ ਜਿਹੜੇ ਕੌਸ਼ਲ ਨੇ, ਜਿਹਦੇ ਵਿੱਚ ਸੁਣਨਾ ਤੇ ਸਮਝਣਾ, ਬੋਲਣਾ, ਪੜ੍ਹਨਾ ਤੇ ਲਿਖਣਾ ਆਉਂਦਾ ਹੈ। ਤੇ ਭਾਸ਼ਾ ਦੇ ਜਿਹੜੇ ਇਹ ਵੱਖ-ਵੱਖ ਤੱਤ ਨੇ, ਵੱਖ-ਵੱਖ ਜਿਹੜੇ ਅੰਗ ਨੇ, ਉਹ ਆਪਾਂ ਇਹ ਕਹਿ ਲਈਏ ਕਿ ਇਹ ਇੱਕ ਦੂਜੇ ਉੱਤੇ ਵੀ ਨਿਰਭਰ ਕਰਦੇ ਨੇ। ਜਦੋਂ ਅਸੀਂ ਚੰਗੀ ਤਰ੍ਹਾਂ ਸੁਣਨਾ ਸਿੱਖ ਲੈਂਦੇ ਹਾਂ ਤਾਂ ਅਸੀਂ ਚੰਗੀ ਤਰ੍ਹਾਂ ਬੋਲਣਾ ਜਿਹੜਾ ਉਹ ਆ ਜਾਂਦਾ ਗਾ ਸਾਨੂੰ, ਕਿਉਂਕਿ ਚੰਗਾ ਬੋਲਣ ਤੋਂ ਪਹਿਲਾਂ, ਇੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਕੋਈ ਭਾਸ਼ਣ ਦੇਣ ਤੋਂ ਪਹਿਲਾਂ ਸਾਨੂੰ ਕੀ ਆ, ਜਿਹੜੇ ਵੱਖ-ਵੱਖ ਲੋਕਾਂ ਦੁਆਰਾ ਦਿੱਤੇ ਹੋਏ ਭਾਸ਼ਣ ਹੁੰਦੇ ਨੇ, ਜਾਂ ਇਹ ਕਹਿ ਸਕੀਏ ਆਪਾਂ ਕਿ ਜਿਹੜੇ ਪ੍ਰਭਾਵਸ਼ਾਲੀ ਭਾਸ਼ਣ ਹੁੰਦੇ ਨੇ ਉਹ ਇੱਕ ਗੌਰ ਨਾਲ ਸੁਣਨੇ ਪੈਂਦੇ ਨੇ ਕਿ ਕਿਵੇਂ, ਅਗਰ ਅਸੀਂ ਕਿਸੇ ਵਿਸ਼ੇ ਤੇ ਭਾਸ਼ਣ ਦੇ ਰਹੇ ਹਾਂ ਤਾਂ ਅਸੀਂ ਜਿਹੜੀ ਉਹਦੀ ਸਟਾਰਟਿੰਗ ਉਹ ਕਿਵੇਂ ਕਰ ਸਕਦੇ ਹਾਂ, ਆਪਾਂ ਜਿਹੜਾ ਵਿਚਕਾਰਲੇ ਭਾਗ ਵਿੱਚ ਅਸੀਂ ਕਿਵੇਂ ਉਸ ਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ, ਤੇ ਕਿਵੇਂ ਅਸੀਂ ਜਿਹੜੀ ਉਸ ਵਿਸ਼ੇ ਦੀ ਐਂਡਿੰਗ ਉਹ ਕਰ ਸਕਦੇ ਹਾਂ। ਤੇ ਉਹਦੇ ਲਈ ਸਾਨੂੰ ਉਹ ਚੀਜ਼ਾਂ ਪਹਿਲਾਂ ਸੁਣਨੀਆਂ ਪੈਂਦੀਆਂ ਨੇ ਕਿ ਕਿਸੇ ਨੇ ਕਿਸ ਤਰੀਕੇ ਨਾਲ ਕੀਤਾ ਹੈ। ਇਸ ਨਾਲ ਵਿਦਿਆਰਥੀਆਂ ਦੇ ਜਿਹੜੇ ਭਾਸ਼ਾ ਦੇ ਵੱਖ-ਵੱਖ ਜਿਹੜੇ ਅੰਗ ਹੁੰਦੇ ਹਨ, ਜਾਂ ਵੱਖ-ਵੱਖ ਜਿਹੜੇ ਤੱਤ ਹੁੰਦੇ ਨੇ, ਉਹਨਾਂ ਨੂੰ ਸਿੱਖਿਆ ਆ ਜਾਂਦੀ ਹੈ ਕਿ, ਜਾਂ ਫਿਰ ਆਪਾਂ ਕਹਿ ਲਈਏ ਕਿ ਜਿਹੜੀਆਂ 4 ਬੇਸਿਕ ਸਕਿੱਲਸ ਹੁੰਦੀਆਂ ਨੇ ਉਹਨਾਂ ਉੱਪਰ ਉਹਨਾਂ ਦਾ ਜਿਹੜਾ ਅਧਿਕਾਰ ਉਹ ਹੋ ਜਾਂਦਾ ਹੈ। ਇਹਨਾਂ ਸਾਰੇ ਤੱਤਾਂ ਨੂੰ ਪਾਠਕ੍ਰਮ ਵਿੱਚ ਜਿਹੜਾ ਉਚਿਤ ਥਾਂ ਉਹ ਮਿਲਣਾ ਚਾਹੀਦਾ ਹੈ। ਬੱਚੇ ਨੂੰ ਹਰ ਇੱਕ ਤੱਤ ਦੀ ਜਿਹੜੀ ਲੋੜੀਂਦੀ ਜਾਣਕਾਰੀ ਚਾਹੀਦੀ ਹੈ ਉਹ ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਕੀਤੀ ਹੋਣੀ ਚਾਹੀਦੀ ਹੈ। ਇਸ ਨਾਲ ਵਿਦਿਆਰਥੀਆਂ ਦੀ ਭਾਸ਼ਾ ਦੇ ਜਿਹੜੇ ਸਾਰੇ ਪਹਿਲੂ ਹੁੰਦੇ ਹਨ ਉਹਨਾਂ ਦੇ ਪ੍ਰਤੀ ਇੱਕ ਰੁਚੀ ਬਣੀ ਰਹਿੰਦੀ ਹੈ, ਤਾਂ ਉਹ ਇੰਟਰਸਟ ਨਾਲ ਜਿਹੜੇ ਭਾਸ਼ਾ ਦੇ ਹਰ ਇੱਕ ਪਹਿਲੂ ਉਹ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਿਰਧਾਰਿਤ ਸਮੇਂ ਦੇ ਅਨੁਕੂਲ। ਨਿਰਧਾਰਿਤ ਸਮੇਂ ਦੇ ਅਨੁਕੂਲ।
ਜਿਹੜਾ ਪਾਠਕ੍ਰਮ ਹੋਣਾ ਚਾਹੀਦਾ ਹੈ ਜਾਂ ਜਿਹੜਾ ਕਰਿਕੂਲਮ ਹੋਣਾ ਚਾਹੀਦਾ ਹੈ, ਉਹ ਕਿਸੇ ਸ਼੍ਰੇਣੀ ਲਈ ਪਾਠਕ੍ਰਮ ਨਿਸ਼ਚਿਤ ਕਰਦੇ ਸਮੇਂ ਇਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਸਮਾਂ ਸਾਰਣੀ ਵਿੱਚ ਭਾਸ਼ਾ ਸਿੱਖਿਆ ਦੇ ਇੱਕ ਹਫ਼ਤੇ ਵਿੱਚ ਕਿੰਨੇ ਪੀਰੀਅਡ ਦਿੱਤੇ ਗਏ ਹਨ। ਕਿਉਂਕਿ ਜਦੋਂ ਵੀ ਕਰਿਕੂਲਮ ਬਣਦਾ ਉਹਦੇ ਵਿੱਚ ਹਰ ਇੱਕ ਸਬਜੈਕਟ ਨੂੰ ਥਾਂ ਦਿੱਤੀ ਜਾਂਦੀ ਹੈ, ਚਾਹੇ ਉਹ ਮੈਥਮੈਟਿਕਸ ਹੋਵੇ, ਚਾਹੇ ਉਹ ਸੋਸ਼ਲ ਸਾਇੰਸ ਹੋਵੇ, ਚਾਹੇ ਉਹ ਸਾਇੰਸ ਹੋਵੇ, ਤੇ ਉਸੇ ਤਰੀਕੇ ਨਾਲ ਭਾਸ਼ਾ ਨੂੰ ਵੀ ਜਿਹੜਾ ਲੋੜੀਂਦੀ ਥਾਂ ਉਹਦੀ ਬਣਦੀ ਉਹ ਦਿੱਤੀ ਜਾਂਦੀ ਹੈ। ਤਾਂ ਪਾਠਕ੍ਰਮ ਨਿਰਧਾਰਿਤ ਕਰਦੇ ਸਮੇਂ ਸਾਨੂੰ ਇੱਕ ਟਾਈਮ ਟੇਬਲ ਦੀ ਜਿਹੜੀ ਜਾਣਕਾਰੀ ਆ ਉਹ ਵੀ ਰੱਖਣੀ ਚਾਹੀਦੀ ਹੈ ਕਿ ਇੱਕ ਹਫ਼ਤੇ ਵਿੱਚ ਭਾਸ਼ਾ ਸਿੱਖਣ ਲਈ ਬੱਚਿਆਂ ਨੂੰ ਜਿਹੜੇ ਕਿੰਨੇ ਪੀਰੀਅਡ ਨੇ ਜਾਂ ਕਿੰਨੇ ਲੈਕਚਰ ਬੱਚਿਆਂ ਲਈ ਨਿਰਧਾਰਿਤ ਕੀਤੇ ਗਏ ਹਨ, ਕਿਉਂਕਿ ਪਾਠਕ੍ਰਮ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਖਤਮ ਕਰਨ ਦੀ ਜ਼ਰੂਰਤ ਹੁੰਦੀ ਹੈ। ਹਰ ਇੱਕ ਕਲਾਸ ਦਾ ਜਿਹੜਾ ਆਪੋ ਆਪਣਾ ਵੱਖੋ ਵੱਖਰਾ ਪਾਠਕ੍ਰਮ ਹੁੰਦਾ ਹੈ ਤੇ ਉਹਦਾ ਜਿਹੜਾ ਇਵੈਲੂਏਸ਼ਨ ਵੀ ਕਰਨਾ ਹੁੰਦਾ ਹੈ। ਤਾਂ ਇਸ ਲਈ ਸਾਨੂੰ ਸਹੀ ਸਮੇਂ ਵਿੱਚ ਅਗਰ ਅਸੀਂ ਚਾਹੁੰਦੇ ਹਾਂ ਕਿ ਪਾਠਕ੍ਰਮ ਦੀ ਜਿਹੜੀ ਪੂਰਤੀ ਹੈ ਜਾਂ ਪਾਠਕ੍ਰਮ ਨੂੰ ਖਤਮ ਕੀਤਾ ਜਾ ਸਕੇ, ਤਾਂ ਸਾਨੂੰ ਉਸ ਲਈ ਪਹਿਲਾਂ ਤੋਂ ਹੀ ਪਲਾਨਿੰਗ ਕਰਨੀ ਹੁੰਦੀ ਹੈ ਕਿ ਇੱਕ ਹਫ਼ਤੇ ਵਿੱਚ ਜਿਹੜੇ ਕਿੰਨੇ ਲੈਕਚਰ ਨੇ ਜਾਂ ਕਿੰਨੇ ਪੀਰੀਅਡ ਨੇ ਜਿਹੜੇ ਬੱਚਿਆਂ ਨੂੰ ਭਾਸ਼ਾ ਸਿਖਾਉਣ ਲਈ ਦਿੱਤੇ ਜਾਣਗੇ। ਤਾਂ ਇਸ ਲਈ ਇਸਦੀ ਸਮੇਂ ਸੀਮਾ ਅਨੁਸਾਰ ਜਿਹੜਾ ਸਮੇਂ ਦਾ ਅਨੁਕੂਲਨ ਹੈ, ਨਿਰਧਾਰਿਤ ਸਮੇਂ ਦੇ ਅਨੁਕੂਲ ਬਣਾਉਣਾ ਚਾਹੀਦਾ ਹੈ ਕਿ ਜੋ ਅਸੀਂ ਚਾਹੁੰਦੇ ਹਾਂ, ਜੋ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹਾਂ, ਤਾਂ ਕਿ ਉਹ ਇਸ ਸਿਲੇਬਸ ਦੇ ਅਨੁਸਾਰ ਹੈ, ਔਰ ਅਗਰ ਸਿਲੇਬਸ ਦੇ ਜਾਂ ਕਰਿਕੂਲਮ ਦੇ ਅਨੁਸਾਰ ਹੈ ਤਾਂ ਕਿ ਜਿੰਨਾ ਟਾਈਮ ਹੈਗਾ ਉਸ ਟਾਈਮ ਦੇ ਅਨੁਕੂਲ ਹੈ, ਕਿ ਜਿੰਨਾ ਟਾਈਮ ਅਧਿਆਪਕ ਕੋਲ ਹੈ ਜਾਂ ਬੱਚਿਆਂ ਕੋਲ ਹੈ ਪੂਰੇ ਸਾਲ ਵਿੱਚ, ਕਿ ਉਨੇ ਟਾਈਮ ਵਿੱਚ ਇਹ ਪੂਰਾ ਹੋ ਸਕਦਾ ਹੈ ਜਾਂ ਨਹੀਂ। ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਬਹੁਤ ਹੀ ਧਿਆਨ ਰੱਖਣੀਆਂ ਪੈਂਦੀਆਂ ਨੇ ਜਦੋਂ ਕਿਸੇ ਪਾਠਕ੍ਰਮ ਦੀ ਜਾਂ ਕਰਿਕੂਲਮ ਦਾ ਨਿਰਮਾਣ ਕਰਨਾ ਹੁੰਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਛੋਟੀਆਂ ਛੋਟੀਆਂ ਇਕਾਈਆਂ ਜਾਂ ਖੰਡਾਂ ਵਿੱਚ ਵੰਡਿਆ ਹੋਣਾ, ਛੋਟੇ ਛੋਟੇ ਖੰਡਾਂ ਵਿੱਚ ਵੰਡਿਆ ਹੋਣਾ। ਛੋਟੇ ਛੋਟੇ ਖੰਡਾਂ ਵਿੱਚ ਵੰਡਿਆ ਹੋਣਾ, ਕਿ ਜਿਹੜਾ ਪਾਠਕ੍ਰਮ ਹੈਗਾ, ਜਿਹੜਾ ਕਰਿਕੂਲਮ ਹੈਗਾ, ਉਹ ਕੀ ਆ, ਛੋਟੇ ਛੋਟੇ ਖੰਡਾਂ ਵਿੱਚ ਵੰਡਿਆ ਹੋਣਾ ਚਾਹੀਦਾ ਹੈ। ਪੂਰਾ ਜਿਹੜਾ ਸਿਲੇਬਸ ਹੈ, ਜਿਹੜਾ ਸਾਲ ਭਰ ਵਿੱਚ ਬੱਚੇ ਨੂੰ ਕਰਵਾਉਣਾ ਹੈ, ਉਹਨੂੰ ਯੂਨਿਟ ਵਾਈਜ਼ ਬਣਾ ਦਿੱਤਾ ਜਾਣਾ ਚਾਹੀਦਾ ਹੈ। ਕਿਉਂਕਿ ਇੱਕ ਤਾਂ ਇਹਦੇ ਵਿੱਚ ਯੂਨਿਟ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਭਾਸ਼ਾ ਦੇ ਵੱਖ-ਵੱਖ ਤੱਤ ਹੁੰਦੇ ਹਨ, ਜਿਹੜੇ ਵੱਖ-ਵੱਖ ਭਾਸ਼ਾ ਦੇ ਅੰਗ ਹੁੰਦੇ ਹਨ, ਉਹ ਵੱਖ-ਵੱਖ ਯੂਨਿਟਾਂ ਵਿੱਚ ਵੰਡੇ ਜਾ ਸਕਦੇ ਨੇ ਤੇ ਇੱਕ ਦੂਸਰੇ ਵਿੱਚ ਜਿਹੜਾ ਉਹ ਮਿਕਸ ਨਹੀਂ ਹੁੰਦੇ ਹੈਗੇ। ਤੇ ਪਾਠਕ੍ਰਮ ਛੋਟੀਆਂ ਛੋਟੀਆਂ ਇਕਾਈਆਂ ਵਿੱਚ ਵੰਡਣ ਨਾਲ ਉਹਦੇ ਵਿੱਚ ਸਰਲਤਾ ਤੇ ਸਪਸ਼ਟਤਾ ਵੀ ਆਉਂਦੀ ਹੈ ਤੇ ਅਸੀਂ ਆਸਾਨੀ ਨਾਲ ਇਹਦਾ ਅਨੁਸਰਣ ਕਰਦੇ ਹੋਏ ਜਿਹੜਾ ਕੁਸ਼ਲਤਾਪੂਰਵਕ ਆਪਣਾ ਅਧਿਆਪਨ ਕਾਰਜ ਕਰ ਸਕਦੇ ਹਾਂ। ਤੇ ਸਮੇਂ ਸਿਰ, ਜਿਵੇਂ ਆਪਾਂ ਨਿਰਧਾਰਿਤ ਸਮੇਂ ਦੇ ਅਨੁਕੂਲ ਦੀ ਗੱਲ ਕੀਤੀ ਸੀ, ਤਾਂ ਪਾਠਕ੍ਰਮ ਜਦੋਂ ਛੋਟੇ ਖੰਡਾਂ ਵਿੱਚ ਵੰਡਿਆ ਹੁੰਦਾ ਹੈ ਤਾਂ ਅਸੀਂ ਹਰ ਇੱਕ ਖੰਡ ਨੂੰ ਜਿਹੜਾ ਲੋੜੀਂਦਾ ਟਾਈਮ ਦਿੰਦੇ ਹਾਂ, ਤਾਂ ਉਹ ਸਰਲ ਤੇ ਸਪਸ਼ਟ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਕਿਹੜਾ ਜਿਹੜੀ ਇਕਾਈ ਉਹ ਕਿੰਨੇ ਸਮੇਂ ਵਿੱਚ ਜਿਹੜੇ ਕਰਵਾਉਣੀ ਹੈ ਜਾਂ ਕਿੰਨੇ ਘੰਟਿਆਂ ਵਿੱਚ ਉਹ ਕੰਪਲੀਟ ਹੋ ਸਕਦੀ ਹੈ। ਤਾਂ ਇਹਦੇ ਨਾਲ ਕੀ ਹੁੰਦਾ ਗਾ, ਇੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਅਧਿਆਪਕ ਦੁਆਰਾ ਅਧਿਆਪਨ ਵੀ ਕੀਤਾ ਜਾ ਸਕਦਾ ਹੈ ਔਰ ਸਮੇਂ ਸਿਰ ਜਿਹੜਾ ਇਕਾਈ ਹੈ ਜਾਂ ਯੂਨਿਟ ਉਹ ਕੰਪਲੀਟ ਵੀ ਕੀਤੀ ਜਾ ਸਕਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਨਾ ਵਧੇਰੇ ਸਰਲ ਤੇ ਨਾ ਵਧੇਰੇ ਮੁਸ਼ਕਿਲ। ਆਪਣਾ 7ਵਾਂ ਪੁਆਇੰਟ ਹੈ ਨਾ ਵਧੇਰੇ ਸਰਲ ਤੇ ਨਾ ਵਧੇਰੇ ਮੁਸ਼ਕਿਲ, ਕਿ ਜਿਹੜਾ ਪਾਠਕ੍ਰਮ ਹੈ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਬਿਲਕੁਲ ਈਜ਼ੀ ਵੀ ਨਹੀਂ ਹੋਣਾ ਚਾਹੀਦਾ ਕਿ ਵਿਦਿਆਰਥੀਆਂ ਨੂੰ ਉਹਨਾਂ ਤੋਂ ਕੁਝ ਸਿੱਖਣ ਨੂੰ ਹੀ ਨਾ ਮਿਲੇ, ਕਿ ਉਹ ਇੰਨਾ ਹੀ ਈਜ਼ੀ ਹੋ ਜਾਵੇ, ਇੰਨਾ ਹੀ ਸਰਲ ਹੋ ਜਾਵੇ ਕਿ ਵਿਦਿਆਰਥੀਆਂ ਨੂੰ ਕੁਝ ਨਵਾਂ ਨਾ ਸਿੱਖਣ ਨੂੰ ਮਿਲੇ, ਜਾਂ ਫਿਰ ਉਹ ਇੰਨਾ ਮੁਸ਼ਕਿਲ ਹੋ ਜਾਵੇ ਕਿ ਵਿਦਿਆਰਥੀਆਂ ਦੀ ਕੁਝ ਸਮਝ ਵਿੱਚ ਵੀ ਨਾ ਆਵੇ। ਵਿਦਿਆਰਥੀ ਜੋ ਸਿੱਖਣਾ ਚਾਹੁੰਦੇ ਆ ਜਾਂ ਅਧਿਆਪਕ ਦੁਆਰਾ ਜੋ ਸਿਖਾਇਆ ਜਾ ਰਿਹਾ ਹੈ ਉਹ ਵਿਦਿਆਰਥੀਆਂ ਦੀ ਸਮਝ ਵਿੱਚ ਹੀ ਨਹੀਂ ਆ ਰਿਹਾ ਹੈ। ਹਰੇਕ ਸ਼੍ਰੇਣੀ ਵਿੱਚ ਵਿਦਿਆਰਥੀਆਂ ਵਿੱਚ ਵਿਅਕਤੀਗਤ ਭਿੰਨਤਾ ਪਾਈ ਜਾਂਦੀ ਹੈ। ਇਸੇ ਵਿਅਕਤੀਗਤ ਭਿੰਨਤਾ ਨੂੰ ਨਜ਼ਰ ਰੱਖਦੇ ਹੋਏ ਨਾ ਤਾਂ ਪਾਠਕ੍ਰਮ ਸਰਲ ਹੋਣਾ ਚਾਹੀਦਾ ਹੈ, ਨਾ ਹੀ ਪਾਠਕ੍ਰਮ ਮੁਸ਼ਕਿਲ ਹੋਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਕਲਾਸ ਵਿੱਚ ਹਰ ਤਰੀਕੇ ਦੇ ਬੱਚੇ ਤੁਹਾਨੂੰ ਮਿਲਣਗੇ। ਕੋਈ ਬੱਚਾ ਤੁਹਾਨੂੰ ਜ਼ਿਆਦਾ ਇੰਟੈਲੀਜੈਂਟ ਮਿਲੂਗਾ ਔਰ ਕੋਈ ਤੁਹਾਨੂੰ ਐਵਰੇਜ ਮਿਲੂਗਾ ਔਰ ਕੋਈ ਤੁਹਾਨੂੰ ਬੱਚਾ ਵੀਕ ਮਿਲੂਗਾ। ਤਾਂ ਇਸੇ ਜਿਹੜੀ ਬੱਚਿਆਂ ਦੀ ਜਿਹੜੀ ਵਿਅਕਤੀਗਤ ਭਿੰਨਤਾ ਹੈਗੀ ਹੈ, ਜਿਹੜੀ ਪਰਸਨਲ ਉਹਦੇ ਡਿਫਰੈਂਸਿਸ ਹੈਗੇ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਸਿਲੇਬਸ ਦਾ ਕੁਛ ਇੱਕ ਪਾਰਟ ਹੈਗਾ ਜਿਹੜਾ ਕਰਿਕੂਲਮ ਦਾ ਉਹ ਈਜ਼ੀ ਬਣਾਉਣਾ ਚਾਹੀਦਾ, ਕੁਛ ਇੱਕ ਐਵਰੇਜ ਬਣਾਉਣਾ ਚਾਹੀਦਾ ਔਰ ਕੁਛ ਇੱਕ ਜਿਹੜਾ ਉਹ ਡਿਫਿਕਲਟ ਵਾਲਾ ਪਾ ਦੇਣਾ ਚਾਹੀਦਾ, ਤਾਂ ਕਿ ਜਿਹੜਾ ਹਰ ਇੱਕ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਜੋ ਬੱਚਾ
ਇੰਟੈਲੀਜੈਂਟ ਹੈ, ਜਿਹਦਾ IQ ਲੈਵਲ ਜ਼ਿਆਦਾ ਹੈ, ਉਹ ਹਰ ਇੱਕ ਪਾਰਟ ਨੂੰ ਆਰਾਮ ਨਾਲ ਕੰਪਲੀਟ ਕਰ ਲੂ। ਜਿਹੜਾ ਐਵਰੇਜ ਬੱਚਾ ਹੈ ਉਹ ਜਿਹੜਾ ਈਜ਼ੀ ਔਰ ਐਵਰੇਜ ਵਾਲਾ ਆਰਾਮ ਨਾਲ ਕਰ ਲੂ, ਔਰ ਜਿਹੜਾ ਡਿਫਿਕਲਟ ਹੈਗਾ ਉਹਦੇ ਵਾਸਤੇ ਉਹਨੂੰ ਜਿਹੜੀ ਥੋੜੀ ਮਿਹਨਤ ਕਰਨੀ ਪਊਗੀ। ਹੁਣ ਕਈ ਬੱਚੇ ਜਿਹੜਾ IQ ਲੈਵਲ ਉਹਨਾਂ ਦਾ ਬਹੁਤ ਘੱਟ ਹੁੰਦਾ ਗਾ, ਜੋ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਸਮਝ ਬਹੁਤ ਹੀ ਦੇਰ ਨਾਲ ਆਉਂਦੀਆਂ ਨੇ, ਤਾਂ ਉਹਨੇ ਵਾਸਤੇ ਜਿਹੜਾ ਸਰਲ ਤੇ ਜਿਹੜਾ ਐਵਰੇਜ ਹੈਗਾ ਉਹ ਜਿਹੜਾ ਸਿਲੇਬਸ ਦਾ ਉਹ ਪਾਰਟ ਆ ਉਹ ਸਹੀ ਰਹਿੰਦਾ। ਕਿਉਂਕਿ ਜਦੋਂ ਇਵੈਲੂਏਸ਼ਨ ਦੀ ਗੱਲ ਆਉਂਦੀ ਆ ਤਾਂ ਇਹ ਨਾ ਹੋਵੇ ਕਿ ਜਦੋਂ ਬੱਚਿਆਂ ਦਾ ਇਵੈਲੂਏਸ਼ਨ ਕਰਨ ਲੱਗੇ ਤਾਂ ਜਿਹੜੇ ਵੀਕ ਬੱਚੇ ਨੇ ਉਹ ਬਹੁਤ ਜ਼ਿਆਦਾ ਪਿੱਛੇ ਰਹਿ ਜਾਣ। ਤਾਂ ਜਦੋਂ ਪਾਠ्यक्रम ਜ਼ਿਆਦਾ ਸਰਲ ਹੋਵੇਗਾ, ਸਾਰਾ ਹੀ ਪਾਠ्यक्रम ਵਿੱਚ ਸਰਲਤਾ ਹੋਏਗੀ, ਤਾਂ ਬੱਚਿਆਂ ਦਾ ਜਿਹੜਾ ਇੰਟਰਸਟ ਆ ਉਹ ਘੱਟ ਬਣੂਗਾ। ਕਿਉਂਕਿ ਜਿਹੜੇ ਬੱਚੇ ਇੰਟੈਲੀਜੈਂਟ ਹੋਣਗੇ ਉਹਨੂੰ ਮਤਲਬ ਬਹੁਤ ਜਲਦੀ ਜਿਹੜੀਆਂ ਚੀਜ਼ਾਂ ਨੇ ਉਹ ਸਮਝ ਆ ਜਾਣਗੀਆਂ, ਤੇ ਉਹਨਾਂ ਨੂੰ ਮਤਲਬ ਲੱਗੂਗਾ ਕਿ ਹੁਣ ਇੱਥੇ ਪੜ੍ਹਨ ਜੋਗਾ ਕੁਝ ਬਚਿਆ ਹੀ ਨਹੀਂ ਹੈ। ਤੇ ਜਦੋਂ ਜ਼ਿਆਦਾ ਡਿਫਿਕਲਟ ਹੋਊਗਾ ਉਦੋਂ ਵੀ ਫਿਰ ਉਹਨਾਂ ਨੂੰ ਜਦੋਂ ਚੀਜ਼ਾਂ ਸਮਝ ਨਹੀਂ ਆਉਂਦੀਆਂ ਤਾਂ ਉਹ ਪੜ੍ਹਨ ਵਿੱਚ ਘੱਟ ਰੁਚੀ ਲੈਣਗੇ। ਤਾਂ ਜਿਹੜਾ ਪਾਠਕ੍ਰਮ ਹੈ ਉਹਦਾ ਜਿਹੜਾ ਮੇਲ ਹੈ ਉਹ ਸਰਲ, ਈਜ਼ੀ, ਐਵਰੇਜ ਤੇ ਡਿਫਿਕਲਟੀ ਤਿੰਨਾਂ ਦਾ ਜਿਹੜਾ ਹੈਗਾ ਉਹ ਬਣਾ ਦੇਣਾ ਚਾਹੀਦਾ, ਤਾਂ ਕਿ ਹਰ ਇੱਕ ਵਿਦਿਆਰਥੀ ਨੂੰ ਜਿਹੜੀ ਸਮਝ ਲੱਗ ਸਕੇ, ਹਰ ਇੱਕ ਵਿਦਿਆਰਥੀ ਦੇ ਜਿਹੜੇ ਸਿੱਖਿਆ ਦੇ ਉਦੇਸ਼ ਨੇ ਉਹ ਪੂਰੇ ਹੋ ਸਕਣ। ਅੱਗੇ ਆਪਾਂ ਗੱਲ ਕਰਦੇ ਹਾਂ ਲਚਕੀਲਾ ਪਾਠਕ੍ਰਮ। 8th ਪੁਆਇੰਟ ਤੇ ਆਏ ਆਪਣੇ ਆਪਾਂ ਲਚਕੀਲਾ ਪਾਠਕ੍ਰਮ। ਜਿਹੜਾ ਪਾਠਕ੍ਰਮ ਹੈ ਉਹ ਲਚਕੀਲਾ ਹੋਣਾ ਚਾਹੀਦਾ, ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ ਪਾਠਕ੍ਰਮ ਵਿੱਚ, ਲਚੀਲਾ ਜਿਹੜਾ ਪਾਠਕ੍ਰਮ ਹੈ ਉਹ ਹੋਣਾ ਚਾਹੀਦਾ ਹੈ। ਪਾਠਕ੍ਰਮ ਵਿੱਚ ਪਰਿਵਰਤਨ ਦੇ ਮੌਕੇ ਅਨੁਸਾਰ ਜਿਹੜੀ ਤਬਦੀਲੀ ਆ ਉਹ ਲਿਆਂਦੀ ਜਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਸਮੇਂ ਦੀ ਮੰਗ ਦੇ ਅਨੁਸਾਰ ਜਿਹੜਾ ਅਗਰ ਅਸੀਂ ਕਰਿਕੂਲਮ ਵਿੱਚ ਪਾਠਕ੍ਰਮ ਵਿੱਚ ਜਿਹੜੀ ਤਬਦੀਲੀ ਨਾ ਕਰਾਂਗੇ ਤਾਂ ਸਾਡੀ ਜਿਹੜੀ ਐਜੂਕੇਸ਼ਨ ਹੈ, ਸਾਡੀ ਜਿਹੜੀ ਸਿੱਖਿਆ ਉਹ ਪਿਛੜ ਕੇ ਰਹਿ ਜਾਊਗੀ। ਤਾਂ ਜਿਹੜਾ ਕਰਿਕੂਲਮ ਹੈ, ਜਿਹੜਾ ਪਾਠਕ੍ਰਮ ਹੈ, ਇਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਵਿੱਚ ਮੌਕੇ ਅਨੁਸਾਰ ਤਬਦੀਲੀ ਲਿਆਉਣ ਦੀ ਜਿਹੜੀ ਸੰਭਾਵਨਾ ਹੈ ਜਾਂ ਫਿਰ ਗੁੰਜਾਇਸ਼ ਉਹ ਬਣੀ ਰਹੇ। ਸਮਾਜ ਦੀਆਂ ਬਦਲ ਰਹੀਆਂ ਲੋੜਾਂ ਅਨੁਸਾਰ ਜਿਹੜਾ ਪਾਠਕ੍ਰਮ ਹੈ ਇਸ ਵਿੱਚ ਤਬਦੀਲੀ ਹੋਣੀ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਦੋਂ ਇੱਕ ਹੀ ਤਰੀਕੇ ਦੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ, ਕਿਸੇ ਵੀ ਤਰੀਕਾਂ ਦੀ ਕੋਈ ਤਬਦੀਲੀ ਨਹੀਂ ਹੋਊਗੀ ਤੇ ਸਾਡਾ ਜਿਹੜਾ ਸਿੱਖਿਆ ਦਾ ਪੱਧਰ ਹੈ ਉਹ ਪਿਛੜ ਕੇ ਰਹਿ ਜਾਊਗਾ। ਜੀਵਨ ਪਰਿਵਰਤਨਸ਼ੀਲ ਹੈ, ਇਸ ਦੇ ਅਨੁਸਾਰ ਜਿਹੜੇ ਸਿੱਖਿਆ ਦੇ ਉਦੇਸ਼ ਨੇ ਉਹ ਵੀ ਪਰਿਵਰਤਨਸ਼ੀਲ ਜਿਹੜੇ ਹੋ ਜਾਂਦੇ ਨੇ। ਇਸ ਦੇ ਅਨੁਕੂਲ ਹੀ ਸਿੱਖਿਆ ਦੇ ਪਾਠ्यक्रम ਵਿੱਚ ਜਿਹੜਾ ਪਰਿਵਰਤਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਜਿਹੜੇ ਸਾਡੇ ਸਿੱਖਿਆ ਦੇ ਉਦੇਸ਼ ਨੇ ਔਰ ਸਾਡੀ ਜਿਹੜੀ ਜ਼ਿੰਦਗੀ ਦੇ ਉਦੇਸ਼ ਨੇ ਉਹਨਾਂ ਦੋਨਾਂ ਵਿੱਚ ਸੰਤੁਲਨ ਬਣਿਆ ਰਹੇ। ਅੱਗੇ ਆਪਾਂ ਗੱਲ ਕਰਦੇ ਹਾਂ ਜ਼ਰੂਰੀ ਨਿਰਦੇਸ਼ਾਂ ਤੇ ਸੂਚਨਾਵਾਂ ਦਾ ਉਲੇਖ। ਸਾਡਾ 9th ਪੁਆਇੰਟ ਆਉਂਦਾ ਗਾ ਜ਼ਰੂਰੀ ਸੂਚਨਾਵਾਂ ਤੇ ਨਿਰਦੇਸ਼ਾਂ ਦਾ ਉਲੇਖ। ਸੂਚਨਾਵਾਂ, ਜ਼ਰੂਰੀ ਸੂਚਨਾਵਾਂ ਤੇ ਨਿਰਦੇਸ਼ਾਂ ਦਾ ਉਲੇਖ। ਪਾਠਕ੍ਰਮ ਵਿੱਚ ਜੋ ਵੀ ਲੋੜੀਂਦੀਆਂ ਸੂਚਨਾਵਾਂ ਨੇ ਜਾਂ ਲੋੜੀਂਦੇ ਨਿਰਦੇਸ਼ ਨੇ ਅਧਿਆਪਨ ਕਾਰਜ ਨੂੰ ਲੈ ਕੇ ਜਾਂ ਫਿਰ ਵਿਸ਼ੇ ਵਸਤੂ ਨੂੰ ਲੈ ਕੇ ਉਹਨਾਂ ਸਭ ਦਾ ਜਿਹੜਾ ਉਲੇਖ ਹੈ ਉਹ ਕੀਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਾਠਕ੍ਰਮ ਵਿੱਚ ਅਧਿਆਪਕ ਲਈ ਜ਼ਰੂਰੀ ਨਿਰਦੇਸ਼ ਤੇ ਸੂਚਨਾਵਾਂ ਹੋਣੀਆਂ ਚਾਹੀਦੀਆਂ ਹਨ ਜਿਸ ਅਨੁਸਾਰ ਉਹ ਆਪਣੇ ਅਧਿਆਪਕ ਕਾਰਜ ਨੂੰ ਨਿਯੋਜਿਤ ਕਰ ਸਕੇ। ਅਧਿਆਪਨ ਕਾਰਜ ਨੂੰ ਨਿਯੋਜਿਤ ਕਰਨ ਦਾ ਮਤਲਬ ਕਿ ਕਿਹੜਾ ਟੌਪਿਕ ਕਿੰਨੇ ਸਮੇਂ ਵਿੱਚ ਕਰਵਾਉਣਾ, ਕਿਹੜੀ ਜਿਹੜੀ ਸਹਾਇਕ ਸਮੱਗਰੀ ਹੈ ਉਹਦੀ ਜ਼ਰੂਰਤ ਨਾਲ ਅਧਿਆਪਨ ਕਾਰਜ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬੱਚਿਆਂ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਹਰੇਕ ਇਕਾਈ ਜਾਂ ਖੰਡ ਤੋਂ ਪ੍ਰਾਪਤ ਹੋਣ ਵਾਲੇ ਉਦੇਸ਼ ਤੇ ਸਹਾਇਕ ਸਮੱਗਰੀ ਆਦਿ ਦਾ ਉਲੇਖ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਕਰਿਕੂਲਮ ਵਿੱਚ ਹੀ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਕਿਹੜੀਆਂ ਜਿਹੜੀਆਂ ਸਹਾਇਕ ਸਮੱਗਰੀਆਂ ਨੇ ਇਹਦੇ ਵਿੱਚ ਜਿਹੜੀ ਵਰਤੋਂ ਹੈ ਉਹਨਾਂ ਦੀ ਕੀਤੀ ਜਾ ਸਕਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਪ੍ਰਤੀਬਿੰਬ। ਸਾਡਾ 10th ਪੁਆਇੰਟ ਆਉਂਦਾ ਹੈ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਪ੍ਰਤੀਬਿੰਬ। ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਪ੍ਰਤੀਬਿੰਬ। ਪਾਠਕ੍ਰਮ
ਬੱਚੇ ਦੇ ਰੋਜ਼ਾਨਾ ਜੀਵਨ ਦੇ ਆਲੇ ਦੁਆਲੇ ਸੰਬੰਧਿਤ ਜਿਹੜਾ ਹੋਣਾ ਚਾਹੀਦਾ ਹੈ। ਇਸ ਵਿੱਚ ਉਹਨਾਂ ਦੇ ਸਮਾਜਿਕ ਜੀਵਨ ਭਿੰਨ ਪਹਿਲੂਆਂ ਜਿਹੜੇ ਸਮਾਜਿਕ ਜੀਵਨ ਨੇ ਉਹਦੇ ਭਿੰਨ ਪਹਿਲੂ ਜਿਹੜੇ ਉਹ ਪੇਸ਼ ਹੋਣੇ ਚਾਹੀਦੇ ਨੇ। ਇਸ ਵਿੱਚ ਅਮੀਰ ਗਰੀਬ ਲੜਕੇ ਲੜਕੀਆਂ ਪੇਂਡੂ ਸ਼ਹਿਰੀ ਆਦਿ ਜਿਹੜੇ ਵੱਖ-ਵੱਖ ਪ੍ਰਕਾਰ ਦੇ ਲੋਕਾਂ ਲਈ ਜਿਹੜੀ ਜੀਵਨ ਕ੍ਰਾਂਤੀ ਮਿਲਣੀ ਚਾਹੀਦੀ ਹੈ ਉਹ ਪ੍ਰੋਪਰ ਰੂਪ ਵਿੱਚ ਮਿਲਣੀ ਚਾਹੀਦੀ ਹੈ। ਇਸ ਤੋਂ ਬੱਚੇ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦੀ ਜਿਹੜੀ ਜਾਣ ਪਛਾਣ ਦੀ ਪ੍ਰਾਪਤੀ ਹੈ ਉਹ ਹੋਣੀ ਚਾਹੀਦੀ ਹੈ। ਜਿਹੜਾ ਪਾਠਕ੍ਰਮ ਹੈ, ਪਾਠਕ੍ਰਮ ਵਿੱਚ ਜੋ ਵੀ ਆਪਾਂ ਵਿਸ਼ਾ ਵਸਤੂ ਐਡ ਕਰਦੇ ਹਾਂ ਉਹਦੇ ਵਿੱਚ ਜਿਹੜਾ ਜ਼ਿਆਦਾਤਰ ਕੀ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਵਾਸਤਵਿਕ ਜੀਵਨ ਹੈ ਤਾਂ ਉਹ ਜਿਹੀਆਂ ਸਿਚੁਏਸ਼ਨ ਅਸੀਂ ਕ੍ਰੀਏਟ ਕਰ ਸਕੀਏ ਜਿਹੜਾ ਵਿਦਿਆਰਥੀਆਂ ਨੂੰ ਆਲੇ ਦੁਆਲੇ ਵਿੱਚ ਜੋ ਵੀ ਵਾਪਰ ਰਿਹਾ ਹੈ ਜਾਂ ਫਿਰ ਉਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਨਾਲ ਅਸੀਂ ਕੋਰਿਲੇਟ ਕਰ ਸਕੀਏ, ਉਹਦਾ ਸੰਵਾਏ ਕਰ ਸਕੀਏ। ਵਿਦਿਆਰਥੀ ਹਰ ਇੱਕ ਚੀਜ਼ ਨੂੰ ਜਿਹੜੀ ਜ਼ਿਆਦਾ ਕਲੀਅਰਟੀ ਨਾਲ ਸਮਝ ਸਕਣ। ਅਮੀਰ ਗਰੀਬ ਲੜਕੇ ਲੜਕੀਆਂ ਦੀ ਜੋ ਗੱਲ ਕੀਤੀ ਹੈ, ਪੇਂਡੂ ਸ਼ਹਿਰੀ ਜਿਹੜੇ ਵੱਖ-ਵੱਖ ਲੋਕਾਂ ਦੀ ਜਿਹੜੀ ਜੀਵਨ ਜਿਉਣ ਦਾ ਤਰੀਕਾ ਹੈ ਜਾਂ ਜੀਵਨ ਜਿਹੜੀ ਕ੍ਰਾਂਤੀ ਹੈ, ਇਹਨਾਂ ਚੀਜ਼ਾਂ ਦਾ ਅਸੀਂ ਜ਼ਿਆਦਾ ਚੰਗੀ ਤਰੀਕੇ ਨਾਲ ਜਿਹੜੀ ਜਾਣਕਾਰੀ ਆ ਉਹ ਅਸੀਂ ਰੀਅਲ ਲਾਈਫ ਦੇ ਐਕਸਪੀਰੀਅੰਸ ਹੁੰਦੇ ਨੇ ਜਿਹੜੇ ਉਹਨਾਂ ਨੂੰ ਦੱਸ ਕੇ ਕਰਵਾ ਸਕਦੇ ਹਾਂ ਜਾਂ ਬੱਚੇ ਨੂੰ ਇਹੋ ਜਿਹੀਆਂ ਜਿਹੜੀਆਂ ਪਰਿਸਥਿਤੀਆਂ ਨੇ ਉਹ ਕ੍ਰੀਏਟ ਕਰਨ ਲਈ ਕਹਿ ਸਕਦੇ ਹਾਂ। ਤਾਂ ਜਿਹੜਾ ਪਾਠਕ੍ਰਮ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜੇ ਜ਼ਿੰਦਗੀ ਦੇ ਜਿਹੜੇ ਵੱਖ-ਵੱਖ ਪਹਿਲੂ ਨੇ ਉਹਨਾਂ ਨੂੰ ਉਜਾਗਰ ਕਰੇ, ਉਹਨਾਂ ਬਾਰੇ ਅਸੀਂ ਬੱਚੇ ਨੂੰ ਜਿਹੜੀ ਜਾਣਕਾਰੀ ਉਹ ਦੇ ਸਕੀਏ। ਤਾਂ ਇਸ ਕਰਕੇ ਜੇ ਅਸੀਂ ਅੱਜ 10 ਪੁਆਇੰਟ ਕੀਤੇ, ਜੋ 10 ਪੁਆਇੰਟ ਕੀਤੇ ਨਿਰਮਾਣ ਦੇ ਸਿਧਾਂਤ ਦੇ, ਤਾਂ ਅਗਰ ਸਾਡਾ ਜਿਹੜਾ ਪਾਠਕ੍ਰਮ ਹੈ, ਪਾਠਕ੍ਰਮ ਵਿੱਚ ਇਹ ਸਾਰੇ ਸਿਧਾਂਤਾਂ ਨੂੰ ਜਿਹੜੀ ਰੂਪਰੇਖਾ ਬਣਾ ਕੇ ਅਗਰ ਤਿਆਰ ਕੀਤਾ ਜਾਵੇ ਤਾਂ ਜਿਹੜੇ ਸਾਡੀ ਸਿੱਖਿਆ ਦੇ ਜਿੰਨੇ ਉਦੇਸ਼ ਨੇ, ਸਾਡੀ ਸਿੱਖਿਆ ਦੇ ਜੋ ਵੀ ਉਦੇਸ਼ ਹੈ ਉਹ ਬੜੇ ਚੰਗੇ ਤਰੀਕੇ ਨਾਲ ਜਿਹੜੇ ਪੂਰੇ ਹੋ ਸਕਦੇ ਹਨ। ਇਸ ਕਰਕੇ ਚਾਹੀਦਾ ਹੈ ਕਿ ਉਦੇਸ਼ ਪਹਿਲਾਂ ਹੀ ਬਣਾਏ ਜਾਣ, ਫਿਰ ਉਹਨਾਂ ਦੁਆਰਾ ਬੱਚੇ ਵਿੱਚ ਆਉਣ ਵਾਲੇ ਪਰਿਵਰਤਨਾਂ ਨੂੰ ਦੇਖਿਆ ਜਾਵੇ, ਅੰਦਾਜ਼ਾ ਲਗਾਇਆ ਜਾਵੇ ਕਿ ਇਸ ਨੂੰ ਧਿਆਨ ਵਿੱਚ ਰੱਖ ਕੇ ਉਹੋ ਜਿਹੀ ਵਿਸ਼ਾ ਸਾਮਗਰੀ ਬਣਾਈ ਜਾਵੇ ਜਿਹੜੀ ਵਿਦਿਆਰਥੀ ਦੀਆਂ ਜਿਹੜੀਆਂ ਮਨੋਵਿਗਿਆਨਿਕ ਲੋੜਾਂ ਨੇ ਜਾਂ ਵਿਦਿਆਰਥੀਆਂ ਦੀ ਜੋ ਵੀ ਜ਼ਰੂਰਤਾਂ ਨੇ ਉਹ ਪੂਰੀਆਂ ਕਰ ਸਕਣ। ਪੰਜਾਬੀ ਦਾ ਸਾਹਿਤ ਕਾਫੀ ਅਮੀਰ ਹੈ, ਇਹਦੇ ਵਿੱਚ ਹਰ ਵੰਨ ਸੁਵੰਨੀ ਜਿਹੜਾ ਸਾਹਿਤਕ ਰੂਪ ਹੈ ਉਹ ਪਾਇਆ ਜਾਂਦਾ ਹੈ। ਵੱਖ-ਵੱਖ ਵਿਸ਼ਿਆਂ ਨਾਲ ਭਰਪੂਰ ਜਿਹੜਾ ਇਹਦੇ ਮਿਲਣੀ ਹੈ ਜਾਂ ਫਿਰ ਜਿਹੜੇ ਸਾਹਿਤ ਦੇ ਰੂਪ ਨੇ ਉਹ ਵੱਖ-ਵੱਖ ਵਿਸ਼ਿਆਂ ਨਾਲ ਮਿਲਦੇ ਜੁਲਦੇ ਹਨ। ਬੱਚਿਆਂ ਦੀ ਮਾਨਸਿਕ ਪੱਧਰ ਦੇ ਅਨੁਸਾਰ ਲਿਖਤਾਂ ਚੁਣ ਕੇ ਪਾਠ ਪੁਸਤਕਾਂ ਦਾ ਜਿਹੜਾ ਨਿਰਮਾਣ ਹੈ ਉਹ ਕੀਤਾ ਜਾਵੇ ਜਾਂ ਪਾਠ ਪੁਸਤਕਾਂ ਜਿਹੜੀਆਂ ਪਾਠਕ੍ਰਮ ਵਿੱਚ ਸ਼ਾਮਿਲ ਕੀਤੀਆਂ ਜਾਣ। ਵਿਆਕਰਣ ਦੀ ਜਾਣਕਾਰੀ ਨੂੰ ਕ੍ਰਮਬੱਧ ਕਰਕੇ ਹਰੇਕ ਸ਼੍ਰੇਣੀ ਲਈ ਵਿਸ਼ੇਸ਼ ਪ੍ਰਬੰਧ ਪੱਕੇ ਕਰ ਦੇਣੇ ਚਾਹੀਦੇ ਨੇ, ਕਿਉਂਕਿ ਜੇਕਰ ਅਸੀਂ ਭਾਸ਼ਾ ਉੱਪਰ ਪਕੜ ਕਰ ਬਣਾਉਣਾ ਚਾਹੁੰਦੇ ਹਾਂ ਜਾਂ ਭਾਸ਼ਾ ਉੱਪਰ ਅਧਿਕਾਰ ਕਰਵਾਉਣਾ ਚਾਹੁੰਦੇ ਹਾਂ ਬੱਚੇ ਦਾ, ਤਾਂ ਉਹਦਾ ਜਿਹੜਾ ਵਿਆਕਰਣ ਪੱਖ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚੇ ਨੂੰ ਵਿਆਕਰਣ ਪੱਖ ਦੀ ਜਿਹੜੀ ਜਾਣਕਾਰੀ ਦਿੱਤੀ ਜਾਵੇ। ਇਹ ਨਾ ਹੋਵੇ ਕਿ ਨਾਮ 5ਵੀਂ ਤੋਂ ਲੈ ਕੇ 8ਵੀਂ ਤੱਕ ਹਰ ਸ਼੍ਰੇਣੀ ਵਿੱਚ ਉਹੀ ਵਾਰ-ਵਾਰ ਪੜ੍ਹਾਇਆ ਜਾਵੇ। ਹਰ ਚੀਜ਼ ਦੀ ਇੱਕ ਪਲੈਨਿੰਗ ਕੀਤੀ ਜਾਵੇ ਕਿ ਕਿਹੜਾ ਪਾਰਟ ਆਪਾਂ ਪਹਿਲੀ ਕਲਾਸ ਵਿੱਚ ਪੜ੍ਹਾਉਣਾ, ਕਿਹੜਾ ਅੱਗੇ ਭਾਗ ਜਿਹੜਾ ਦੂਸਰੀ ਕਲਾਸ ਵਿੱਚ ਪੜ੍ਹਾਉਣਾ। ਇਸ ਕਰਕੇ ਉਹ ਵੀ ਵੰਡ ਕੇ ਦਿੱਤਾ ਜਾਵੇ ਕਿ ਅਸੀਂ ਕਲਾਸ ਵਾਈਜ਼ ਕਿੰਨਾ ਜਿਹੜਾ ਸਿਲੇਬਸ ਉਹ ਵੰਡ ਕੇ ਦਿੱਤਾ ਜਾਣਾ ਹੈ ਤਾਂ ਜਿਹੜਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਕ ਹੋ ਸਕੇ। ਤਾਂ ਆਪਣਾ ਜਿਹੜਾ ਟੌਪਿਕ ਸੀਗਾ ਕਰਿਕੂਲਮ ਨੂੰ ਲੈ ਕੇ ਜਿਹੜੇ ਪੰਜਾਬੀ ਭਾਸ਼ਾ ਦੇ ਪਾਠਕ੍ਰਮ ਦੇ ਨਿਰਮਾਣ ਦੇ ਸਿਧਾਂਤ ਦੀ ਗੱਲ ਕੀਤੀ ਸੀ, ਆਪਾਂ ਕੰਸਟਰਕਸ਼ਨ ਦੀ ਗੱਲ ਕੀਤੀ ਸੀ ਕਰਿਕੂਲਮ ਦੀ, ਤਾਂ ਉਹ ਆਪਾਂ 10 ਪੁਆਇੰਟ ਵਿੱਚ ਕੰਪਲੀਟ ਕਰ ਲਈ ਹੈ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਇੱਥੇ ਖਤਮ ਹੋ ਰਿਹਾ। ਨੈਕਸਟ ਲੈਕਚਰ ਵਿੱਚ ਆਪਾਂ ਕ੍ਰਿਟੀਕਲ ਐਨਾਲਾਈਸਿਸ ਕਰਾਂਗੇ ਸੈਕੰਡਰੀ ਲੈਵਲ ਤੇ ਜੋ ਪਾਠ्यक्रम ਹੈ ਉਹਦੇ ਲਈ। ਤਾਂ ਅੱਜ ਦਾ ਲੈਕਚਰ ਆਪਣਾ ਇੱਥੇ ਕੰਪਲੀਟ ਹੋ ਰਿਹਾ। ਧੰਨਵਾਦ।